Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪੰਜਵਾਂ। ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲਤਰ ਕੁਟੰਬ ਸੰਗ ਜੁਰਿਆ। ਭੋਜਨ ਅਨਕ ਪ੍ਰਕਾਰ ਬਹੁ ਕਪਰੇ, ਸਰ ਪਰ ਗਵਨ ਕਰੇਂਗੇ ਬਪੁਰੇ। ਮਨੁੱਖ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਮਨੁੱਖ ਆਪਣੀ ਮਾਤਾ ਦੀ ਕੁੱਖ ਤੋਂ ਖਲਾਸੀ ਪ੍ਰਾਪਤ ਕਰਦਾ ਹੈ। ਭਾਵ ਜਦ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਮਾਤਾ ਦੀ ਕੁੱਖ ਤੋਂ ਉਸ ਨੂੰ ਖਲਾਸੀ ਪ੍ਰਾਪਤ ਹੋ ਜਾਂਦੀ ਹੈ, ਮਾਤਾ ਦੀ ਕੁੱਖ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਉਹ ਇਸ ਸੰਸਾਰ ਦੇ ਵਿੱਚ ਆ ਜਾਂਦਾ ਹੈ। ਸੰਸਾਰ ਦੇ ਵਿੱਚ ਆ ਕੇ ਜਦ ਵੱਡਾ ਹੁੰਦਾ ਹੈ ਤਾਂ ਉਹਦਾ ਆਪਣੇ ਪੁੱਤਰਾਂ, ਆਪਣੇ ਟੱਬਰ, ਆਪਣੀ ਇਸਤਰੀ ਆਦਿਕ ਦੇ ਨਾਲ ਮੋਹ ਪੈ ਜਾਂਦਾ ਹੈ। ਉਹ ਫਿਰ ਬੜੇ ਪ੍ਰਕਾਰ ਦੇ ਭੋਜਨ ਵੀ ਕਰਦਾ ਹੈ ਤੇ ਬੜੇ ਪ੍ਰਕਾਰ ਦੇ ਕੱਪੜੇ ਵੀ ਪਾਉਂਦਾ ਹੈ। ਜ਼ਿੰਦਗੀ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਰਹਿੰਦਾ ਹੈ। ਪਰ ਗੁਰੂ ਜੀ ਕਹਿੰਦੇ ਸਰ ਪਰ ਗਵਨ ਕਰੇਂਗੇ ਬਪੁਰੇ। ਸਰ ਪਰ ਤੋਂ ਭਾਵ ਜ਼ਰੂਰ ਤੇ ਗਵਨ ਤੋਂ ਭਾਵ ਚਲਾਣਾ, ਬਪੁਰੇ ਤੋਂ ਭਾਵ ਵਿਚਾਰੇ। ਕਹਿੰਦੇ ਇਹ ਵਿਚਾਰੇ ਇਸ ਦੁਨੀਆ ਤੋਂ ਚਲਾਣਾ ਜ਼ਰੂਰ ਕਰਨਗੇ। ਬੇਸ਼ੱਕ ਉਹ ਰੰਗ ਤਮਾਸ਼ਿਆਂ ਨੂੰ ਮਾਣ ਰਹੇ ਨੇ, ਪਰ ਉਹ ਸਦਾ ਮਾਣਦੇ ਨਹੀਂ ਰਹਿ ਸਕਦੇ। ਇੱਕ ਦਿਨ ਇਸ ਦੁਨੀਆ ਤੋਂ ਕੂਚ ਕਰਨਾ ਹੀ ਪਵੇਗਾ। ਕਵਨ ਅਸਥਾਨ ਜੋ ਕਭੂ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ। ਕਹਿੰਦੇ ਉਹ ਕਿਹੜਾ ਅਸਥਾਨ ਹੈ ਜੋ ਸਦਾ ਅਟਲ ਰਹਿੰਦਾ ਹੈ, ਜੋ ਕਭੂ ਨਾ ਟਰੈ। ਟਰੈ ਤੋਂ ਭਾਵ ਟਲਣਾ ਜਾਂ ਮੁਕਤ ਹੋ ਜਾਣਾ, ਖਲਾਸੀ ਹੋ ਜਾਣੀ, ਖਤਮ ਹੋ ਜਾਣਾ। ਕਿ ਉਹ ਕਿਹੜਾ ਅਸਥਾਨ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹੜਾ ਸਦਾ ਅਟਲ ਰਹਿੰਦਾ ਹੈ। ਉਹ ਕਿਹੜਾ ਸ਼ਬਦ ਹੈ ਜਿਸ ਨਾਲ ਕਿ ਭੈੜੀ ਮੱਤ ਤੋਂ ਖਲਾਸੀ ਪਾਈ ਜਾ ਸਕਦੀ ਹੋਵੇ, ਭੈੜੀ ਮੱਤ ਦੂਰ ਕੀਤੀ ਜਾ ਸਕਦੀ ਹੋਵੇ। ਕਵਨ ਸ਼ਬਦ ਜਿਤ ਦੁਰਮਤ ਹਰੈ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਇੰਦਰਪੁਰੀ, ਬ੍ਰਹਮਪੁਰੀ ਤੇ ਸ਼ਿਵਪੁਰੀ, ਇਹ ਸਵਰਗ ਦੇ ਤਿੰਨ ਹਿੱਸੇ ਦੱਸੇ ਗਏ ਹਨ ਪਦਮ ਪੁਰਾਣ ਦੇ ਵਿੱਚ। ਔਰ ਗੁਰੂ ਜੀ ਕਹਿੰਦੇ ਕਿ ਜੇਕਰ ਕੋਈ ਇਨਸਾਨ ਇੰਦਰਪੁਰੀ ਦੇ ਵਿੱਚ ਹੈ ਉਹਨੇ ਵੀ ਜ਼ਰੂਰ ਮਰਨਾ ਹੈ। ਜਿਹੜਾ ਕੋਈ ਬ੍ਰਹਮਪੁਰੀ ਦੇ ਵਿੱਚ ਹੈ ਉਹਨੇ ਵੀ ਸਦਾ ਅਟਲ ਨਹੀਂ ਰਹਿਣਾ, ਸਦਾ ਟਿਕੇ ਨਹੀਂ ਰਹਿਣਾ। ਜਿਹੜੀ ਸ਼ਿਵਪੁਰੀ ਹੈ ਉਹਦਾ ਵੀ ਨਾਸ ਹੋਏਗਾ। ਪਰ ਜੋ ਮਨੁੱਖ ਹੈ ਇਹਨਾਂ ਗੱਲਾਂ ਨੂੰ ਭੁੱਲ ਕੇ ਤਿੰਨ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਿਕ ਮੌਤ ਦੇ ਵਸ ਪਿਆ ਰਹਿੰਦਾ ਹੈ। ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਕਿਰ ਤਰ ਧਰਨ ਗਗਨ ਅਰ ਤਾਰੇ, ਰਵ ਸਸ ਪਵਨ ਪਾਵਕ ਨੀਰਾਰੇ। ਦਿਨਸ ਰੈਣ ਵਰਤ ਅਰ ਭੇਦਾ, ਸ਼ਾਸਤ ਸਿਮਰਤ ਬਿਨਸੈਂਗੇ ਬੇਦਾ। ਗਿਰ ਤੋਂ ਭਾਵ ਪਹਾੜ, ਤਰ ਤੋਂ ਭਾਵ ਰੁੱਖ, ਧਰਨ ਧਰਤੀ, ਗਗਨ ਆਕਾਸ਼, ਤਾਰੇ ਤਾਰੇ, ਰਵ ਸੂਰਜ, ਸਸ ਚੰਦਰਮਾ, ਪਵਨ ਹਵਾ, ਪਾਵਕ ਅੱਗ, ਨੀਰਾਰੇ ਪਾਣੀ। ਦਿਨਸ ਰੈਣ ਦਿਨ ਰਾਤ, ਵਰਤ ਜੋ ਮਨੁੱਖ ਵਰਤ ਰੱਖਦੇ ਹਨ, ਭੇਦਾ ਵੱਖ-ਵੱਖ ਪ੍ਰਕਾਰ ਦੀਆਂ ਮਰਿਆਦਾਵਾਂ, ਸ਼ਾਸਤ ਸਿਮਰਤ ਸ਼ਾਸਤਰ ਅਤੇ ਸਮਿਰਤੀਆਂ, ਵੇਦਾਂ ਤੋਂ ਭਾਵ ਵੇਦ। ਇਹ ਸਾਰੀਆਂ ਚੀਜ਼ਾਂ ਗੁਰੂ ਜੀ ਨੇ ਗਿਣੀਆਂ ਹਨ ਤੇ ਇਹ ਕਿਹਾ ਹੈ ਕਿ ਬਿਨਸੈਂਗੇ, ਕਿ ਇਹ ਸਭ ਕੁਝ ਇੱਕ ਨਾ ਇੱਕ ਦਿਨ ਨਾਸ ਜ਼ਰੂਰ ਹੋਏਗਾ। ਇਹਨਾਂ ਦੇ ਵਿੱਚੋਂ ਕੁਝ ਵੀ ਅਜਿਹਾ ਨਹੀਂ ਜਿਹੜਾ ਸਦਾ ਅਟਲ ਰਹੇ। ਹਰ ਚੀਜ਼ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ।
ਤੀਰਥ ਦੇਵ ਦਿਹੁਰਾ ਪੋਥੀ, ਮਾਲਾ ਤਿਲਕ ਸੋਚ ਪਾਕ ਹੋਤੀ, ਧੋਤੀ ਡੰਡੌਤ ਪ੍ਰਸਾਦਨ ਭੋਗਾ, ਗਵਨ ਕਰੈਗੋ ਸਗਲੋ ਲੋਗਾ। ਇਹਨਾਂ ਪੰਕਤੀਆਂ ਦੇ ਵਿੱਚ ਅੱਗੇ ਹੋਰ ਚੀਜ਼ਾਂ ਗਿਣੀਆਂ ਹਨ ਜਾਂ ਹੋਰ ਅਹਿਸਾਸ ਗਿਣੇ ਹਨ, ਹੋਰ ਪ੍ਰਕਾਰ ਦੇ ਲੋਕ ਗਿਣੇ ਹਨ। ਗੁਰੂ ਜੀ ਕਹਿੰਦੇ ਤੀਰਥ, ਦੇਵਤੇ, ਦਿਹੁਰਾ ਤੋਂ ਭਾਵ ਮੰਦਰ, ਪੋਥੀ ਤੋਂ ਭਾਵ ਧਾਰਮਿਕ ਪੁਸਤਕ, ਮਾਲਾ ਤਿਲਕ ਸੋਚ ਪਾਕ ਤੋਂ ਭਾਵ ਪਵਿੱਤਰ ਰਸੋਈ, ਹੋਤੀ ਤੋਂ ਭਾਵ ਹਵਨ ਕਰਨ ਵਾਲੇ। ਫਿਰ ਕਹਿੰਦੇ ਧੋਤੀ, ਡੰਡੌਤ, ਡੰਡੌਤ ਭਾਵ ਨਮਸਕਾਰਾਂ, ਪ੍ਰਸਾਦਨ ਭੋਗਾ ਕਿ ਮਹਿਲਾਂ ਦੇ ਜਾਂ ਵੱਖ-ਵੱਖ ਪ੍ਰਕਾਰ ਦੇ ਰੰਗ ਤਮਾਸ਼ਿਆਂ ਦਾ ਭੋਗ ਵਿਲਾਸ, ਇਹ ਸਭ ਕੁਝ ਗਿਣ ਦਿੱਤਾ। ਤੇ ਅਖੀਰ ਦੇ ਵਿੱਚ ਕੀ ਕਿਹਾ? ਗਵਨ ਕਰੈਗੋ ਸਗਲੋ ਲੋਗਾ। ਗਵਨ ਤੋਂ ਭਾਵ ਚਲਾਣਾ, ਜਿਸ ਪ੍ਰਕਾਰ ਕਿ ਪਹਿਲੀਆਂ ਪੰਕਤੀਆਂ ਦੇ ਵਿੱਚ ਗੱਲ ਹੋਈ ਸੀ ਕਿ ਸਰ ਪਰ ਗਵਨ ਕਰੇਂਗੇ ਬਾਪੁਰੇ। ਹੁਣ ਇੱਥੇ ਵੀ ਗੁਰੂ ਜੀ ਉਹੀ ਕਹਿੰਦੇ ਨੇ ਕਿ ਗਵਨ ਕਰੈਗੋ ਸਗਲੋ ਲੋਗਾ, ਕਿ ਇਹ ਸਾਰੇ ਹੀ ਜਿਹੜੇ ਅਸੀਂ ਗਿਣੇ ਨੇ ਤੀਰਥ, ਦੇਵਤੇ, ਮੰਦਰ, ਧਾਰਮਿਕ ਪੁਸਤਕਾਂ, ਮਾਲਾ ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ, ਧੋਤੀਆਂ, ਨਮਸਕਾਰਾਂ ਕਰਨ ਵਾਲੇ, ਭੋਗ ਵਿਲਾਸ ਕਰਨ ਵਾਲੇ, ਇਹ ਸਾਰੇ ਹੀ ਚਲਾਣਾ ਕਰਨਗੇ, ਇਸ ਜਗਤ ਤੋਂ ਕੂਚ ਕਰਨਗੇ, ਸਦਾ ਇੱਥੇ ਕਿਸੇ ਨੇ ਵੀ ਟਿਕੇ ਨਹੀਂ ਰਹਿਣਾ। ਜਾਤ ਵਰਨ ਤੁਰਕ ਅਰ ਹਿੰਦੂ, ਪਸ਼ੂ ਪੰਖੀ ਅਨਕ ਜੋਨ ਜਿੰਦੂ, ਸਗਲ ਪਾਸਾਰ ਦੀਸੈ ਪਾਸਾਰਾ, ਬਿਨਸ ਜਾਏਗੋ ਸਗਲ ਆਕਾਰ। ਕਹਿੰਦੇ ਵੱਖ-ਵੱਖ ਜਾਤਾਂ ਤੇ ਵਰਨ, ਮੁਸਲਮਾਨ ਤੇ ਹਿੰਦੂ, ਪਸ਼ੂ ਪੰਛੀ, ਅਨੇਕਾਂ ਹੀ ਜੂਨਾਂ ਦੇ ਜੀਵ, ਇਹ ਸਾਰਾ ਜਗਤ ਖਿਲਾਰਾ, ਇਹ ਸਾਰਾ ਜਗਤ ਪਸਾਰਾ ਜੋ ਸਾਨੂੰ ਦਿਸ ਰਿਹਾ ਹੈ, ਇਹ ਸਭ ਕੁਝ ਬਿਨਸ ਜਾਏਗਾ। ਇੱਕ ਦਿਨ ਇਹ ਸਭ ਕੁਝ ਬਿਨਸੇਗਾ, ਸਭ ਕੁਝ ਨਸ਼ਟ ਹੋਏਗਾ। ਤੇ ਹੁਣ ਗੁਰੂ ਜੀ ਉਸ ਸਵਾਲ ਦਾ ਜਵਾਬ ਦਿੰਦੇ ਨੇ ਜੋ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਪੁੱਛਿਆ ਸੀ ਕਿ ਕਵਨ ਅਸਥਾਨ ਜੋ ਕਭੂ ਨਾ ਟਰੈ। ਕਹਿੰਦੇ ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸੱਚ ਥਾਨਾ। ਕਹਿੰਦੇ ਉਹ ਥਾਂ ਜਿੱਥੇ ਆਤਮਕ ਅਡੋਲਤਾ ਦੀ ਸਿਫਤ ਸਲਾਹ ਹੋ ਰਹੀ ਹੈ, ਸਹਿਜ ਸਿਫਤ, ਜਿੱਥੇ ਉਸ ਪਰਮਾਤਮਾ ਦੀ, ਜਗਤ ਦੇ ਮੂਲ ਦੀ, ਜਗਤ ਦੇ ਰਚੇਤੇ ਦੀ ਭਗਤੀ ਹੋ ਰਹੀ ਹੈ। ਤਤ ਗਿਆਨਾ, ਜਿੱਥੇ ਕਿ ਤਤ ਦਾ, ਅਸਲੀਅਤ ਦਾ, ਜਗਤ ਦੇ ਮੂਲ ਦਾ ਗਿਆਨ ਹਾਸਲ ਕੀਤਾ ਜਾ ਰਿਹਾ ਹੈ। ਨਿਹਚਲ ਸੱਚ ਥਾਨਾ, ਉਹ ਥਾਂ ਸਦਾ ਅਟਲ ਰਹਿਣ ਵਾਲੀ ਹੈ ਤੇ ਉੱਥੇ ਸਦਾ ਆਨੰਦ ਵੀ ਬਣਿਆ ਰਹਿੰਦਾ ਹੈ। ਤੇ ਅਸਲ ਦੇ ਵਿੱਚ ਉਹ ਥਾਂ ਕਿਹੜੀ ਹੈ? ਉੱਚੀ ਆਤਮਕ ਅਵਸਥਾ। ਜਦੋਂ ਤੁਸੀਂ ਉੱਚੀ ਆਤਮਕ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹੋ, ਉਦੋਂ ਹੀ ਅਸਲ ਦੇ ਵਿੱਚ ਅਸੀਂ ਪ੍ਰਮਾਤਮਾ ਦੀ ਸਹੀ ਭਗਤੀ ਕਰ ਸਕਦੇ ਹਾਂ, ਉਹਦੇ ਮੂਲ ਨੂੰ ਪਛਾਣ ਸਕਦੇ ਹਾਂ, ਉਹਦੇ ਜਗਤ ਦੀ ਜੋ ਰਚਨਾ ਹੈ, ਜਗਤ ਦਾ ਜੋ ਸਿਸਟਮ ਹੈ, ਉਹਨੂੰ ਮੰਨਣ ਦੇ ਯੋਗ ਹੋ ਜਾਂਦੇ ਹਾਂ। ਉਹ ਉੱਚੀ ਆਤਮਕ ਅਵਸਥਾ ਐਸੀ ਥਾਂ ਹੈ ਜਿਹੜੀ ਗੁਰੂ ਜੀ ਕਹਿੰਦੇ ਕਿ ਸਦਾ ਅਟਲ ਰਹੇਗੀ। ਹੁਣ ਮਨ ਦੇ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਜਦ ਸਭ ਕੁਝ ਹੀ ਖਤਮ ਹੋ ਗਿਆ, ਸੂਰਜ, ਚੰਦਰਮਾ, ਤਾਰੇ ਆਦਿਕ ਵੀ ਖਤਮ ਹੋ ਗਏ, ਤਾਂ ਫਿਰ ਉੱਚੀ ਆਤਮਕ ਅਵਸਥਾ ਕਿਵੇਂ ਅਟਲ ਰਹਿ ਸਕਦੀ ਹੈ? ਇਹ ਰਹਿ ਸਕਦੀ ਹੈ ਕਿਉਂਕਿ ਇਹ ਇੱਕ ਅਹਿਸਾਸ ਹੈ। ਇਹ ਕੋਈ ਸਰੀਰਕ ਵਸਤੂ ਨਹੀਂ ਹੈ ਜਿਹੜੀ ਨਸ਼ਟ ਹੋ ਸਕਦੀ ਹੈ। ਇਹ ਇੱਕ ਅਹਿਸਾਸ ਹੈ, ਜਿਵੇਂ ਸੁੱਖ ਹੈ, ਦੁੱਖ ਹੈ, ਪਿਆਰ ਹੈ, ਨਫ਼ਰਤ ਹੈ, ਇਹ ਸਾਰੇ ਅਹਿਸਾਸ ਨੇ। ਬੇਸ਼ੱਕ ਇਸ ਜਗਤ ਦੇ ਵਿੱਚ ਜੀਵ ਹਨ ਜਾਂ ਨਹੀਂ, ਬੇਸ਼ੱਕ ਇਹ ਧਰਤੀ ਜਾਂ ਹੋਰ ਗ੍ਰਹਿ ਹਨ ਜਾਂ ਨਹੀਂ, ਪਰ ਇਹ ਅਹਿਸਾਸ ਸਦਾ ਕਾਇਮ ਰਹਿੰਦੇ ਨੇ। ਜਦੋਂ ਵੀ ਕਿਤੇ ਜੀਵਨ ਦੀ ਉਤਪਤੀ ਹੋਏਗੀ, ਇਹ ਅਹਿਸਾਸ ਉੱਥੇ ਮੌਜੂਦ ਹੋਣਗੇ ਤੇ ਮਨੁੱਖ ਇਹਨਾਂ ਅਹਿਸਾਸਾਂ ਨੂੰ, ਜਾਂ ਹੋਰ ਜਿਹੜੇ ਜੀਵ ਪੈਦਾ ਹੋਣਗੇ, ਇਹਨਾਂ ਅਹਿਸਾਸਾਂ ਨੂੰ ਗ੍ਰਹਿਣ ਕਰ ਲੈਣਗੇ। ਪਰ ਇਹ ਅਹਿਸਾਸ ਕਦੇ ਖਤਮ ਨਹੀਂ ਹੁੰਦੇ। ਉਸੇ ਪ੍ਰਕਾਰ ਹੀ ਜੋ ਉੱਚੀ ਆਤਮਿਕ ਅਵਸਥਾ ਦਾ ਅਹਿਸਾਸ ਹੈ, ਉਹ ਕਦੇ ਖਤਮ ਨਹੀਂ ਹੋਏਗਾ। ਹਾਂ, ਉਸ ਨੂੰ ਹਾਸਲ ਕਰਨ ਵਾਲੇ ਮਨੁੱਖ ਖਤਮ ਹੋ ਸਕਦੇ ਨੇ। ਸੋ ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸੱਚ ਥਾਨਾ, ਤਹਾ ਸੰਗਤ
ਸਾਧ ਗੁਣ ਰਸੈ। ਕਹਿੰਦੇ ਉਸ ਅਸਥਾਨ ਤੇ ਸਾਧ ਸੰਗਤ ਇਕੱਠੀ ਹੋ ਕੇ ਉਸ ਪ੍ਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ। ਅਨਭਉ ਨਗਰ ਤਹਾਂ ਸਦ ਵਸੈ। ਉਸ ਅਵਸਥਾ ਦੇ ਵਿੱਚ ਉਸ ਅਸਥਾਨ ਤੇ ਇੱਕ ਐਸਾ ਨਗਰ ਸਦਾ ਵਸਿਆ ਰਹਿੰਦਾ ਹੈ ਜਿੱਥੇ ਕਿਸੇ ਦਾ ਕੋਈ ਡਰ ਪੋ ਨਹੀਂ ਸਕਦਾ, ਜਿਹੜਾ ਕਿ ਅਨਭਉ ਹੁੰਦਾ ਹੈ। ਤਹ ਭਉ ਭਰਮਾ ਸੋਗ ਨਾ ਚਿੰਤਾ, ਆਵਣ ਜਾਵਣ ਮਿਰਤ ਨਾ ਹੋਤਾ, ਤਹ ਸਦਾ ਆਨੰਦ ਅਨਹਤ ਆਖਾਰੇ, ਭਗਤ ਵਸੈ ਕੀਰਤਨ ਆਧਾਰੀ। ਉਸ ਥਾਂ ਤੇ ਗੁਰੂ ਜੀ ਕਹਿੰਦੇ ਨਾ ਮੋਹ ਹੈ, ਨਾ ਕੋਈ ਡਰ ਹੈ, ਨਾ ਕੋਈ ਭਰਮ ਹੈ, ਨਾ ਕੋਈ ਸੋਗ ਹੈ, ਨਾ ਚਿੰਤਾ ਹੈ। ਉੱਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਤੇ ਨਾ ਹੀ ਆਤਮਕ ਮੌਤ ਆਉਣ ਦਾ ਕੋਈ ਡਰ ਹੁੰਦਾ ਹੈ। ਉੱਥੇ ਇੱਕ ਰਸ ਆਤਮਕ ਆਨੰਦ ਦੇ ਮਾਨੋ ਅਖਾੜੇ ਲੱਗੇ ਰਹਿੰਦੇ ਨੇ। ਉਸ ਅਸਥਾਨ ਤੇ ਜੋ ਭਗਤ ਜਨ ਹਨ, ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਆਸਰੇ ਵਸਦੇ ਹਨ। ਪਾਰ ਬ੍ਰਹਮ ਕਾ ਅੰਤ ਨਾ ਪਾਰ, ਕੌਣ ਕਰੈ ਤਾ ਕਾ ਵਿਚਾਰ। ਗੁਰੂ ਜੀ ਕਹਿੰਦੇ ਉਸ ਪਾਰ ਬ੍ਰਹਮ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਹਦਾ ਉਰਲਾ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਕੋਈ ਐਸਾ ਮਨੁੱਖ ਨਹੀਂ ਹੈ ਜਿਹੜਾ ਉਹਦੇ ਗੁਣਾਂ ਦੇ ਅੰਤ ਪਾਉਣ ਦਾ ਵਿਚਾਰ ਕਰ ਸਕੇ, ਜਿਹੜਾ ਇਹ ਦੱਸ ਸਕੇ ਕਿ ਕਿੱਥੇ ਜਾ ਕੇ ਅਸੀਂ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਪਾ ਸਕਦੇ ਹਾਂ। ਕਹੋ ਨਾਨਕ ਜਿਸ ਕਿਰਪਾ ਕਰੈ, ਨਿਹਚਲ ਥਾਨ ਸਾਧ ਸੰਗ ਤਰੈ। ਹੇ ਨਾਨਕ, ਇਹ ਆਖ ਕਿ ਜਿਸ ਮਨੁੱਖ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਤੇ ਸਾਧ ਸੰਗਤ ਦੇ ਵਿੱਚ ਜੁੜ ਕੇ ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 237ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਮੋਟੇ ਜਿਹੇ ਤੌਰ ਤੇ ਸਾਨੂੰ ਇਹੀ ਸਮਝਾਇਆ ਹੈ ਕਿ ਅਸੀਂ ਸਦਾ ਹੀ ਦੁਨੀਆ ਦੇ ਭੋਗ ਵਿਲਾਸ ਦੇ ਵਿੱਚ ਹੀ ਮਸਤ ਨਾ ਰਹੀਏ। ਇਸ ਗੱਲ ਨੂੰ ਚੇਤੇ ਦੇ ਵਿੱਚ ਰੱਖੀਏ ਕਿ ਇਸ ਭੋਗ ਵਿਲਾਸ ਨੇ ਤੇ ਅਸੀਂ ਸਦਾ ਇੱਥੇ ਕਾਇਮ ਨਹੀਂ ਰਹਿਣਾ। ਹਰ ਮਨੁੱਖ ਨੇ ਇਸ ਦੁਨੀਆ ਤੋਂ ਕੂਚ ਕਰਨਾ ਹੈ। ਇੱਕ ਦਿਨ ਅਸੀਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ। ਤਾਂ ਕਿ ਸਾਡਾ ਜਾਣਾ ਸੌਖਾ ਹੋ ਸਕੇ, ਇਸ ਲਈ ਸਾਨੂੰ ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਨੂੰ ਸਦਾ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ। ਉਸ ਦੇ ਸੰਸਾਰ ਦੀ ਇਸ ਵਿਧੀ ਨੂੰ, ਇਸ ਸਿਸਟਮ ਨੂੰ ਸਦਾ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ। ਜੋ ਸਿਸਟਮ ਉਸ ਪਰਮਾਤਮਾ ਨੇ ਬਣਾਇਆ ਹੈ ਕਿ ਜਿਹੜੀ ਚੀਜ਼ ਬਣੀ ਹੈ ਉਹਨੇ ਇੱਕ ਦਿਨ ਖਤਮ ਵੀ ਹੋਣਾ ਹੈ। ਜਦੋਂ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਜੋ ਬਣਿਆ ਹੈ ਉਹਨੇ ਖਤਮ ਹੋਣਾ ਹੈ, ਉਦੋਂ ਹੀ ਅਸੀਂ ਦੁਖੀ ਹੁੰਦੇ ਹਾਂ ਜਦੋਂ ਕੁਝ ਖਤਮ ਹੋ ਜਾਂਦਾ ਹੈ। ਜਦੋਂ ਸਾਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਡੂੰਘੇ ਤੌਰ ਤੇ ਅਹਿਸਾਸ ਹੋਵੇ ਕਿ ਜੋ ਬਣਿਆ ਹੈ ਉਹਨੇ ਢਹਿਣਾ ਹੈ, ਉਹਨੇ ਖਤਮ ਹੋਣਾ ਹੈ, ਤਾਂ ਜਦੋਂ ਉਹ ਖਤਮ ਹੋ ਜਾਏਗਾ ਅਸੀਂ ਦੁਖੀ ਨਹੀਂ ਹੋਵਾਂਗੇ। ਪਰ ਜਦੋਂ ਅਸੀਂ ਇਸ ਸੱਚਾਈ ਤੋਂ ਮੁਨਕਰ ਹੋਏ ਰਹਿੰਦੇ ਹਾਂ, ਭੋਗ ਵਿਲਾਸ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ, ਫਿਰ ਜਦੋਂ ਕੁਝ ਖੁੱਸਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ। ਸੋ ਸਿੰਪਲ ਜਿਹੀ ਗੱਲ ਹੈ ਕਿ ਇਸ ਗੱਲ ਨੂੰ ਅਸੀਂ ਸਦਾ ਚੇਤੇ ਦੇ ਵਿੱਚ ਰੱਖੀਏ ਕਿ ਜੋ ਕੁਝ ਵੀ ਬਣਿਆ ਹੈ ਉਹਨੇ ਇੱਕ ਦਿਨ ਖਤਮ ਹੋਣਾ ਹੈ। ਇਸੇ ਮੈਸੇਜ ਤੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।